ਪਿਆਰੇ ਕਿਸਾਨ ਵੀਰੋ ਤੇ ਭੈਣੋ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਲੈ ਕੇ ਮੈਂ ਰਣਜੀਤ ਸਿੰਘ ਚੌਹਾਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਪੁਰਾਣੇ ਵਿਰਸੇ ਨੂੰ ਹੁਣ ਅਸੀਂ ਭੁੱਲਦੇ ਜਾ ਰਹੇ ਹਾਂ। ਜੇ ਮੈਂ 3 ਦਹਾਕੇ ਪਹਿਲਾਂ ਦੀ ਗੱਲ ਕਰਾਂ ਤਾਂ ਘਰਾਂ ਦੇ ਵਿੱਚ ਰੂੰ ਪਿੰਜ ਕੇ ਉਹਦੇ ਉੱਤੋਂ ਧਾਗਾ ਤਿਆਰ ਕਰਕੇ ਕੱਪੜਾ, ਖੇਸ, ਚਾਦਰਾਂ ਤਿਆਰ ਕੀਤੀਆਂ ਜਾਂਦੀਆਂ ਸੀ, ਪਰ ਹੁਣ ਉਹ ਸਾਨੂੰ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਪਰ ਜੇ ਮੈਂ ਗੱਲ ਕਰਾਂ ਮਾਲਵੇ ਦੀ, ਅੱਜ ਵੀ ਮਾਲਵੇ ਦੇ ਵਿੱਚ ਨਰਮੇ ਕਪਾਹ ਤੋਂ ਕੱਪੜਾ ਬਣਾਉਣ ਦਾ ਕੰਮ ਕੀਤਾ ਜਾ ਰਿਹਾ, ਪਿੰਡਾਂ ਦੀਆਂ ਸਵਾਣੀਆਂ ਕਰ ਰਹੀਆਂ ਨੇ। ਸੋ ਇਹ ਸਾਰਾ ਕੰਮ ਕਰਵਾ ਰਹੇ ਨੇ ਮੈਡਮ ਰੂਪਸੀ ਗਰਗ ਜੀ, ਮੇਰੇ ਨਾਲ ਬੈਠੇ ਨੇ। ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਾਂਗੇ ਕਿ ਮਾਲਵੇ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਇਹਨਾਂ ਬੀਬੀਆਂ ਨੂੰ ਆਪਣੇ ਨਾਲ ਜੋੜਿਆ, ਪਿੰਡੂ ਸਵਾਣੀਆਂ ਨੂੰ ਜੋੜਿਆ, ਜਿਹੜੀਆਂ ਅੱਜ ਨਰਮੇ ਕਪਾਹ ਤੋਂ ਕੱਪੜਾ ਤਿਆਰ ਕਰ ਰਹੀਆਂ ਨੇ। ਸੋ ਰੂਪਸੀ ਗਰਗ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਜੇ ਮੈਂ ਗੱਲ ਕਰਾਂ ਤੁਹਾਡੀ ਆਪਣੀ ਬੈਕਗਰਾਊਂਡ ਦੀ, ਕਿਉਂਕਿ ਤੁਸੀਂ ਤੁਹਾਡੀ ਏਜ ਦੇ ਵਿੱਚ ਅੱਜ ਕੱਲ੍ਹ ਬੀਬੀਆਂ ਜਿਹੜੀਆਂ ਨੇ ਉਹ ਇਸ ਕੰਮ ਵੱਲ ਨੂੰ ਆਉਣਾ ਪਸੰਦ ਨਹੀਂ ਕਰਦੀਆਂ। ਕਿਸ ਤਰ੍ਹਾਂ ਤੁਹਾਨੂੰ ਇਸ ਕੰਮ ਦੇ ਵਿੱਚ, ਕਿਸ ਤਰ੍ਹਾਂ ਇਸ ਪ੍ਰੋਗਰਾਮ ਨੂੰ ਤੁਸੀਂ ਪਿੰਡਾਂ ਦੇ ਵਿੱਚ ਸਵਾਣੀਆਂ ਦੇ ਵਿੱਚ ਲੈ ਕੇ ਗਏ ਤੇ ਉਹ ਹੀ ਕੰਮ ਕਰ ਰਹੀਆਂ ਨੇ? ਜੀ, ਮੈਂ ਪਟਿਆਲੇ ਜ਼ਿਲ੍ਹੇ ਦੇ ਤੇਪਲੇ ਪਿੰਡ ਦੀ ਰਹਿਣ ਵਾਲੀ ਹਾਂ। ਮੇਰੀ ਬੇਸਿਕ ਐਜੂਕੇਸ਼ਨ ਉੱਥੇ ਹੀ ਹੋਈ। ਘਰ ਪਰਿਵਾਰ ਇੱਕ ਸਧਾਰਨ ਬਿਜ਼ਨਸ ਫੈਮਿਲੀ ਹੈ ਜੀ। ਸਾਡੀ ਕੋਈ ਖੇਤੀ ਦੀ ਬੈਕਗਰਾਉਂਡ ਨਹੀਂ ਹੈ, ਕੋਈ ਇਹ ਕਾਰੀਗਰੀ ਦੀ ਬੈਕਗਰਾਉਂਡ ਨਹੀਂ ਹੈ, ਚਰਖਾ ਖੱਡੀ। ਹਾਂਜੀ, ਪਾਪਾ ਇੱਕ ਬਿਜ਼ਨਸਮੈਨ ਹੈ, ਇੱਕ ਦੁਕਾਨ ਚਲਾਉਂਦੇ ਨੇ। ਤੇ ਬੇਸਿਕ ਐਜੂਕੇਸ਼ਨ ਮੇਰੀ ਪਿੰਡ ਤੋਂ ਹੀ ਹੋਈ। ਫਿਰ ਉਸ ਤੋਂ ਬਾਅਦ ਮੈਂ ਬੀਟੈਕ ਕੀਤੀ ਬਾਇਓਟੈਕਨੋਲੋਜੀ ਦੇ ਵਿੱਚ। ਉਸ ਤੋਂ ਬਾਅਦ ਹੈਦਰਾਬਾਦ ਦੇ ਵਿੱਚ ਇੱਕ ਰਿਸਰਚ ਇੰਸਟੀਟਿਊਟ ਹੈ, ਸੈਂਟਰ ਫॉर ਸੈਲੂਲਰ ਐਂਡ ਮੋਲੀਕੂਲਰ ਬਾਇਓਲੋਜੀ ਜੀ। ਉੱਥੇ ਮੈਂ 3 ਸਾਲ ਜੂਨੀਅਰ ਰਿਸਰਚ ਫੈਲੋ ਰਹੀ ਔਰ ਫਿਰ ਮੈਨੂੰ ਲੱਗਿਆ ਕਿ ਸੋਸ਼ਲ ਸਾਇੰਸਿਸ ਦੇ ਵਿੱਚ ਕੁਝ ਕਰਨਾ ਚਾਹੀਦਾ ਹੈ। ਤੇ ਮੈਂ ਮਾਸਟਰਸ ਕੀਤੀ ਅਜੀਮ ਪ੍ਰੇਮਜੀ ਯੂਨੀਵਰਸਿਟੀ ਬੈਂਗਲੌਰ ਤੋਂ 2016 ਤੋਂ ਲੈ ਕੇ 18 ਤੱਕ। ਜਦੋਂ ਮੈਂ ਬੈਂਗਲੌਰ ਦੇ ਵਿੱਚ ਸੀਗੀ ਤਾਂ ਉਸ ਸਮੇਂ ਮੈਂ ਗਾਂਧੀ ਜੀ ਨੂੰ ਪੜ੍ਹਿਆ। ਉਹਨਾਂ ਦੀ ਇੱਕ ਕਿਤਾਬ ਹੈ ਗ੍ਰਾਮ ਸਵਰਾਜ। ਉਹਦੇ ਵਿੱਚ ਉਹ ਪਿੰਡਾਂ ਦੀ ਗੱਲ ਕਰਦੇ ਆ ਕਿ ਜਿਹੜੇ ਭਾਰਤ ਦੇ ਪਿੰਡ ਹੈ ਉਹਨਾਂ ਦੀ ਰਚਨਾ ਕਿਵੇਂ ਦੀ ਹੈ। ਉਹ ਇੱਕ ਸਰੀਰ ਦੀ ਤਰ੍ਹਾਂ ਹੈ, ਜਿਵੇਂ ਸਰੀਰ ਦੇ ਵੱਖ-ਵੱਖ ਅੰਗ ਆਪਸ ਦੇ ਵਿੱਚ ਮਿਲ ਕੇ ਸਾਨੂੰ ਸੰਪੂਰਨ ਬਣਾਉਂਦੇ ਆ, ਉਸੇ ਤਰ੍ਹਾਂ ਸਾਡੇ ਪਿੰਡਾਂ ਦੀ ਰਚਨਾ ਵੀ ਹੈ, ਜਿਹਦੇ ਵਿੱਚ ਕਿਸਾਨ ਹੈ, ਕਾਰੀਗਰ ਹੈ, ਮਹਿਲਾਵਾਂ ਹੈ, ਉਹਦੇ ਵਿੱਚ ਬੰਦੇ ਵੀ ਹੈ। ਸਾਰੇ ਇੱਕ ਦੂਜੇ ਨਾਲ ਮਿਲ ਕੇ ਪਿੰਡ ਨੂੰ ਕਿਵੇਂ ਜੀਵਿਤ ਰੱਖਦੇ ਆ ਜੀ। ਔਰ ਪਿੰਡ ਸਿਰਫ ਇੱਕ ਸਰੀਰ ਦੇ ਰੂਪ ਦੇ ਵਿੱਚ ਨਹੀਂ, ਉਹਦੀ ਆਤਮਾ, ਉਹਦਾ ਮਨ, ਉਹਦੀ ਬੁੱਧੀ ਤੇ ਉਹਦੀ ਵਿਵੇਕ। ਤਾਂ ਉਹਨੇ ਮੇਰੇ ਅੰਦਰ ਕੁਝ ਕੀਤਾ ਤੇ ਉਸੇ ਸਮੇਂ ਮੈਨੂੰ ਫਿਰ ਚਰਖਾ ਵੀ ਮਿਲ ਗਿਆ। ਜਿਹੜਾ ਚਰਖਾ ਮੈਂ ਚਲਾਨੀ ਆ ਰੋਜ਼, ਉਹਨੂੰ ਪੇਟੀ ਚਰਖਾ ਕਹਿੰਦੇ ਨੇ। ਤਾਂ ਮੈਂ ਉਹ ਚਲਾਣਾ ਜਦੋਂ ਸ਼ੁਰੂ ਕੀਤਾ ਤਾਂ ਮੇਰੇ ਅੰਦਰ ਜਿਹੜੇ ਵੀ ਪ੍ਰਸ਼ਨ ਸੀਗੇ, ਕਹਿ ਲਓ ਕਿ ਉਸ ਉਮਰ ਦੇ ਵਿੱਚ ਜਿਹੜੇ ਵੀ ਹੁੰਦੇ ਆ ਵੀ ਅੱਗੇ ਕਰੀਅਰ ਦਾ ਕੀ ਹੋਏਗਾ, ਅੱਗੇ ਕੀ ਕੰਮ ਕਰਨਾ, ਤਾਂ ਹੌਲੀ ਹੌਲੀ ਕਰਕੇ ਆਪਣੇ ਆਪ ਕਲੀਅਰ ਹੋਣ ਲੱਗ ਗਏ। ਬਿਲਕੁਲ। ਥੋੜਾ ਜਿਹਾ ਪੰਜਾਬ ਦੇ ਵਿੱਚ ਕਿਸ ਮਿਸ਼ਨ ਦੇ ਨਾਲ ਜੁੜੇ ਆ ਕਿ ਕਿਸ ਤਰ੍ਹਾਂ ਤੁਹਾਨੂੰ ਇਸ ਕੰਮ ਵੱਲ ਨੂੰ ਤੁਹਾਡਾ ਮਨ ਗਿਆ ਵੀ ਆਪਾਂ ਕਾਟਨ ਤੋਂ ਕੱਪੜੇ ਬਣਾਈਏ ਜੀ, ਪਿੰਡਾਂ ਦੇ ਵਿੱਚ ਬੀਬੀਆਂ ਨੂੰ ਇਕੱਠੇ ਕਰੀਏ? ਥੋੜਾ ਜਿਹਾ ਇਹ ਕਿਸ ਮਿਸ਼ਨ ਦੇ ਨਾਲ ਜੁੜੇ, ਇਹ ਜ਼ਰੂਰ ਸਾਨੂੰ ਦੱਸੋ। ਤਾਂ ਜਦੋਂ ਉਹ ਚਰਖੇ ਤੇ ਸੂਤ ਕੱਤਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਉਹ ਪੰਜਾਬ ਦੇ ਪ੍ਰਤੀ ਇੱਕ ਜਿਹੜਾ ਲਗਾਵ ਹੈ, ਕਿਉਂਕਿ ਮੈਂ ਪੰਜਾਬ ਤੋਂ ਬਿਲੋਂਗ ਕਰਦੀ ਹਾਂ, ਤਾਂ ਆਪਣੀ ਭਾਸ਼ਾ, ਆਪਣਾ ਭੋਜਨ, ਆਪਣਾ ਕਲਚਰ, ਉਹ ਮੈਨੂੰ ਪੰਜਾਬ ਵੱਲ ਖਿੱਚ ਰਿਹਾ ਸੀ। ਤੇ ਮੈਂ ਪੰਜਾਬ ਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ, ਕੁਝ ਸੁਣਿਆ ਤਾਂ ਧਿਆਨ 'ਚ ਆਇਆ ਕਿ ਪੰਜਾਬ 'ਚ ਖੇਤੀ ਦਾ ਬਹੁਤ ਬੁਰਾ ਹਾਲ ਹੈ, ਕਿਉਂਕਿ ਹਰੀ ਕ੍ਰਾਂਤੀ ਇੱਥੇ ਹੋਈ ਤੇ ਹਰੀ ਕ੍ਰਾਂਤੀ ਤੋਂ ਬਾਅਦ ਸਾਰਾ ਭੋਜਨ ਸਾਡਾ ਅੱਜ ਕੈਮੀਕਲ ਤੇ ਜ਼ਹਿਰ ਨਾਲ ਉਗਾਇਆ ਜਾਂਦਾ ਹੈ। ਉਹਦੇ ਨਾਲ ਹੀ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਹਰ ਕਿਸੇ ਨੂੰ ਹੈਗੀਆਂ। ਉਹਦੇ ਨਾਲ ਹੀ ਵਾਤਾਵਰਣ ਵੀ ਪਲੀਤ ਹੋ ਰਿਹਾ ਹੈ, ਮਿੱਟੀ, ਪਾਣੀ, ਹਵਾ। ਤਾਂ ਇਹ ਸਭ ਮੇਰੇ ਦਿਮਾਗ ਦੇ ਵਿੱਚ ਸੀਗਾ ਤੇ ਇੱਕ ਦਿਨ ਮੈਨੂੰ ਪਤਾ ਲੱਗਿਆ ਖੇਤੀ ਵਿਰਾਸਤ ਮਿਸ਼ਨ ਦਾ, ਕਿ ਇਸ ਨਾਮ ਦੀ ਇੱਕ ਸੰਸਥਾ ਜੈਤੋ ਵਿਖੇ ਹੈਗੀ ਹੈ, ਫਰੀਦਕੋਟ ਜ਼ਿਲ੍ਹੇ ਦੇ ਵਿੱਚ। ਮੈਂ ਇੱਥੇ ਆਈ, 1-2 ਦਿਨ ਇਹਨਾਂ ਦੇ ਕੋਲ ਰਹੀ ਤੇ ਫਿਰ ਮੈਂ ਇੰਟਰਨਸ਼ਿਪ ਕਰਨ ਆਈ ਇੱਥੇ। ਜਦੋਂ ਮੈਂ ਬੈਂਗਲੌਰ 'ਚ ਪੜ੍ਹਾਈ ਕਰ ਰਹੀ ਸੀ ਤਾਂ ਮੈਂ 1 ਮਹੀਨੇ ਦੀ ਇੰਟਰਨਸ਼ਿਪ ਕੀਤੀ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ। ਉਸ ਸਮੇਂ ਮੈਂ ਕਿਸਾਨਾਂ ਦੇ ਕੋਲ ਘੁੰਮੀ, ਬੀਬੀਆਂ ਦੇ ਕੋਲ ਘੁੰਮੀ ਤੇ ਮੈਨੂੰ ਧਿਆਨ 'ਚ ਆਇਆ ਕਿ ਪੰਜਾਬ ਦੇ ਵਿੱਚ ਕਾਫੀ ਕੁਝ ਹੈ ਜਿਹੜਾ ਕਿ ਅਸੀਂ ਪਿੰਡਾਂ ਦੇ ਵਿੱਚ ਕਰ ਸਕਦੇ ਹਾਂ। ਮੈਂ ਨਰਮੇ ਤੇ ਕਪਾਹ ਵਾਲੇ ਕਿਸਾਨਾਂ ਨੂੰ ਵੀ ਮਿਲੀ, ਅਬੋਹਰ ਤੇ ਫਾਜ਼ਿਲਕਾ ਪੱਟੀ ਦੇ ਵਿੱਚ, ਕਿਉਂਕਿ ਉੱਥੇ ਨਰਮਾ ਤੇ ਕਪਾਹ ਅਜੇ ਜ਼ਿਆਦਾ ਹੁੰਦਾ ਹੈ। ਤੇ ਉਸ ਸਮੇਂ ਫਿਰ ਇਹ ਸੂਤ ਵਾਲਾ ਕੰਮ ਇੱਥੇ ਹੋ ਰਿਹਾ ਸੀ ਤੇ ਉਹਦੇ ਨਾਲ ਫਿਰ ਇਹ ਸਾਰੀਆਂ ਕੜੀਆਂ ਆਪਸ ਦੇ ਵਿੱਚ ਜੁੜਦੀਆਂ ਗਈਆਂ। ਕਾਫੀ ਪਿੰਡਾਂ ਦੇ ਵਿੱਚ ਤੁਸੀਂ ਬੀਬੀਆਂ ਨੂੰ ਇਕੱਠੇ ਕੀਤਾ ਹੋਇਆ,
ਇੰਨੀਆਂ ਬੀਬੀਆਂ ਨੂੰ ਇਕੱਠੇ ਕਰਨਾ ਬੜਾ ਔਖਾ ਹੈ। ਜੀ ਕਿਸ ਤਰ੍ਹਾਂ ਤੁਸੀਂ ਫਿਰ ਇਹ ਅੱਗੇ ਤੁਰੇ ਵੀ ਆਪਾਂ ਕਿਹੜੇ ਪਿੰਡ ਜਾ ਕੇ ਕਿਹਨੂੰ ਮਿਲੀਏ, ਕਿੱਦਾਂ ਕੰਮ ਸ਼ੁਰੂ ਕਰੀਏ, ਤੇ ਇਹ ਕਿਵੇਂ ਸ਼ੁਰੂ ਹੋਇਆ ਫਿਰ ਕੰਮ? ਜਦੋਂ ਮੈਂ ਇੱਥੇ 1 ਮਹੀਨੇ ਦੀ ਇੰਟਰਨਸ਼ਿਪ ਕੀਤੀ ਤਾਂ ਮੈਨੂੰ ਅਹਿਸਾਸ ਹੋ ਗਿਆ ਕਿ ਆਪਣਾ ਕੋਰਸ ਕੰਪਲੀਟ ਕਰਕੇ ਮੈਂ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ ਹੀ ਵਾਪਿਸ ਆਣਾ ਹੈ। ਤੇ ਮੈਂ ਕੋਈ ਕੈਂਪਸ ਪਲੇਸਮੈਂਟ ਵੀ ਨਹੀਂ ਲਿੱਤੀ ਤੇ 2018 ਮਈ ਮਹੀਨੇ ਦੇ ਵਿੱਚ ਮੈਂ ਇੱਥੇ ਆ ਗਈ। ਤੇ ਸ਼ੁਰੂ ਦੇ ਵਿੱਚ ਮੈਨੂੰ ਜਿਹੜਾ ਕੰਮ ਦਿੱਤਾ ਗਿਆ ਉਹ ਸੀਗਾ ਘਰੇਲੂ ਬਗੀਚੀ ਦਾ, ਜਿਹੜਾ ਅਸੀਂ ਪਿੰਡਾਂ ਦੇ ਵਿੱਚ ਬੀਬੀਆਂ ਤੋਂ ਘਰੇਲੂ ਬਗੀਚੀ ਲਗਵਾਉਂਦੇ ਹਾਂ ਕਿ ਉਹ ਆਪਣੀ ਜ਼ਹਿਰ ਮੁਕਤ ਸਬਜ਼ੀ ਲਗਾਉਣ। ਉਸੇ ਦੌਰਾਨ ਮੈਨੂੰ ਧਿਆਨ ਚ ਆਇਆ ਕਿ ਪਿੰਡਾਂ ਦੇ ਵਿੱਚ ਚਰਖਾ, ਖੱਡੀ, ਦਰੀ ਬੁਣਨਾ, ਕਢਾਈ ਕਰਨਾ, ਇਹ ਸਾਰੀਆਂ ਚੀਜ਼ਾਂ ਵੀ ਸੀਗੀਆਂ। ਤਾਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਆਪਣੀ ਪੇਟੀਆਂ ਖੋਲੀ ਤੇ ਪੇਟੀਆਂ ਦੇ ਵਿੱਚ ਜਿਵੇਂ ਉਹਨਾਂ ਦਾ ਖਜ਼ਾਨਾ ਸੀਗਾ, ਉਹ ਪੁਰਾਣੀ ਫੁਲਕਾਰੀਆਂ, ਕਢਾਈ ਕੀਤੀ ਹੋਈ ਚਾਦਰ, ਤਰ੍ਹਾਂ ਦੇ ਖੇਸ, ਕੁੱਕੜ ਅੱਖ, ਤੋਲੀਆ, ਲਹਿਰੀਆ, ਪੰਨਵੀਂ ਲਹਿਰ ਤੇ ਪੰਜੀਆਂ ਵਾਲਾ ਡਿਜ਼ਾਈਨ। ਤਾਂ ਉਹ ਮਤਲਬ ਮੇਰੇ ਮਨ ਦੇ ਵਿੱਚ ਉਹ ਉਤਰ ਗਿਆ। ਤੇ ਫਿਰ ਅਸੀਂ ਸੋਚਿਆ ਕਿ ਇੱਥੇ ਨਰਮੇ ਦੀ ਖੇਤੀ ਵੀ ਹੋ ਰਹੀ ਹੈ, ਨਰਮਾ ਕਪਾਹ ਦੋਨੋਂ ਕਿਸਾਨ ਉਗਾ ਰਹੇ ਆ, ਉਹਦਾ ਸੂਤ ਵੀ ਬਣ ਰਿਹਾ, ਤਾਂ ਫਿਰ ਅਸੀਂ ਉਹਦਾ ਕੱਪੜਾ ਕਿਉਂ ਨਾ ਆਪ ਬਣਾਈਏ। ਤਾਂ ਫਿਰ ਅਸੀਂ ਪਿੰਡ ਜਾ ਕੇ ਬੁਨਕਰਾਂ ਨੂੰ ਲੱਭਣਾ ਸ਼ੁਰੂ ਕੀਤਾ। ਤੇ ਅੱਜ ਜਿੱਥੇ ਅਸੀਂ ਬੈਠੇ ਆ ਕੋਟਲੀ ਪਿੰਡ ਦੇ ਵਿੱਚ, ਇਹ ਸਾਡਾ ਪਹਿਲਾ ਪਿੰਡ ਸੀਗਾ ਜਿੱਥੇ ਸਾਨੂੰ ਸਾਡੇ ਬੁਨਕਰ ਮਿਲੇ, ਬੀਬੀਆਂ ਮਿਲੀਆਂ ਜਿਹੜੀ ਕੱਪੜਾ ਬੁਣਦੀਆਂ ਸੀ। ਫਿਰ ਅਸੀਂ ਉਹਨਾਂ ਦੇ ਨਾਲ ਉਹ ਸੂਤ ਦੇਖ ਕੇ ਉਹਦੇ ਤੋਂ ਕੱਪੜਾ ਬੁਣਨਾ ਸ਼ੁਰੂ ਕੀਤਾ ਤੇ ਫਿਰ ਹੋਰ ਪਿੰਡਾਂ ਦੇ ਵਿੱਚ ਵੀ ਜਾ ਕੇ ਵੱਖ-ਵੱਖ ਸਾਨੂੰ ਇਹ ਕੰਮ ਦਾ ਪਤਾ ਲੱਗਿਆ ਤੇ ਰਿਅਲਾਈਜ਼ ਹੋਇਆ ਕਿ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਬਹੁਤ ਕੁਝ ਹੈ। ਜਿਹੜਾ ਕਿ ਇਹ ਪੰਜਾਬ ਦਾ ਨੈਰੇਟਿਵ ਹੈਗਾ ਹੈ ਕਿ ਪੰਜਾਬ ਦੇ ਵਿੱਚ ਸਭ ਕੁਝ ਖਤਮ ਹੋ ਗਿਆ, ਇੱਥੇ ਆਈਲੈਟਸ ਕਰਕੇ ਕੈਨੇਡਾ ਚਲੇ ਜਾਓ, ਇੱਥੇ ਦੇ ਬੱਚਿਆਂ ਦੇ ਲਈ ਇੱਥੇ ਕੁਝ ਨਹੀਂ ਹੈਗਾ। ਮੈਂ ਇਹਨੂੰ ਰਿਵਰਸ ਡਾਇਰੈਕਸ਼ਨ ਦੇ ਵਿੱਚ ਸੋਚਦੀ ਹਾਂ ਤੇ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਸਹੀ ਤਰੀਕੇ ਨਾਲ ਕੰਮ ਕਰੀਏ ਤਾਂ ਇੱਥੇ ਰੋਜ਼ਗਾਰ ਦੇ ਨਾਲ ਆਪਣਾ ਜਿਹੜਾ ਬੈਕਗ੍ਰਾਉਂਡ ਹੈ, ਆਪਣੀ ਜਿਹੜੀ ਧਰਾਤਲ ਹੈ, ਉਹਦੇ ਉੱਤੇ ਵੀ ਅਸੀਂ ਬਹੁਤ ਕੰਮ ਕਰ ਸਕਦੇ ਹਾਂ। ਪਿੰਡਾਂ ਦੇ ਵਿੱਚ ਅਸੀਂ ਦੇਖਿਆ ਕਿ ਬੀਬੀਆਂ ਇਕੱਠੀਆਂ ਹੋ ਕੇ ਚਰਖਾ ਕੱਤ ਰਹੀਆਂ ਨੇ, ਧਾਗਾ ਕੱਤ ਰਹੀਆਂ ਨੇ, ਪੂਣੀਆਂ ਕੱਤ ਰਹੀਆਂ ਨੇ, ਤੇ ਸਵੈ ਸਹਾਇਤਾ ਸਮੂਹ ਟਾਈਪ ਉਹ ਇਕੱਠੇ ਹੋ ਕੇ ਆਪਣਾ ਕੰਮ ਕਰ ਰਹੀਆਂ ਨੇ। ਸੋ ਕਿਸ ਤਰ੍ਹਾਂ ਫਿਰ ਪਿੰਡਾਂ ਦੇ ਵਿੱਚ ਕਿੰਨੇ ਕੁ ਪਿੰਡਾਂ ਨੂੰ ਜੋੜਿਆ ਤੁਸੀਂ, ਕਿੰਨੀਆਂ ਕੁ ਬੀਬੀਆਂ ਨੂੰ ਇਕੱਠੇ ਕੀਤਾ ਤੇ ਅੱਜ ਇਹ ਕੰਮ ਤੁਹਾਡਾ ਕਿੱਥੇ ਕੁ ਤੱਕ ਪਹੁੰਚਿਆ ਹੋਇਆ? ਦੇਖੋ, ਅਗਰ ਅਸੀਂ ਇਹ ਜ਼ਿਲ੍ਹਾ ਵਾਈਜ਼ ਗੱਲ ਕਰੀਏ ਤਾਂ ਅਸੀਂ ਫਰੀਦਕੋਟ, ਮੁਕਤਸਰ ਔਰ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਹ ਕੰਮ ਕਰ ਰਹੇ ਹਾਂ। ਲਗਭਗ 10-12 ਪਿੰਡ ਹੈਗੇ ਆ ਜਿਨ੍ਹਾਂ ਦੇ ਵਿੱਚ ਸਾਡੀ ਪਹੁੰਚ ਹੈ। ਹਾਲਾਂਕਿ ਉਹ ਉੱਪਰ ਨੀਚੇ ਹੁੰਦਾ ਰਹਿੰਦਾ ਟਾਈਮ ਦੇ ਹਿਸਾਬ ਨਾਲ, ਕੰਮ ਦੇ ਹਿਸਾਬ ਨਾਲ। ਤੇ ਜੇ ਬੀਬੀਆਂ ਦੀ ਗੱਲ ਕਰੀਏ ਤਾਂ 30-40 ਬੀਬੀਆਂ ਤਾਂ ਸਾਡੇ ਨਾਲ ਲਗਾਤਾਰ ਕੰਮ ਕਰ ਰਹੀਆਂ, ਪਰ ਜਿਹੜਾ ਡੇਟਾਬੇਸ ਹੈ ਉਹ ਕੋਈ 100-150 ਬੀਬੀਆਂ ਦਾ ਸਾਡੇ ਕੋਲ ਹੈਗਾ। ਤੇ ਸਾਡਾ ਜਿਹੜਾ ਮਾਡਲ ਹੈ, ਖੇਤੀ ਵਿਰਾਸਤ ਮਿਸ਼ਨ ਦਾ ਇੱਕ ਉਪਰਾਲਾ ਹੈ ਤਰਿੰਜਨ। ਤਰਿੰਜਨ ਇੱਕ ਪੰਜਾਬੀ ਸ਼ਬਦ ਹੈ ਜਿੱਥੇ ਬੀਬੀਆਂ ਪਹਿਲਾਂ ਇਕੱਠੀਆਂ ਹੋ ਕੇ ਸਾਰਾ ਕੱਤਣ ਬੁਣਨ ਦਾ ਕੰਮ ਕਰਦੀਆਂ ਸੀ। ਤਾਂ ਅਸੀਂ ਉਸੇ ਸ਼ਬਦ ਤੋਂ ਇਸ ਉਪਰਾਲੇ ਦਾ ਨਾਮ ਰੱਖਿਆ ਤੇ ਅਸੀਂ ਕਿਸਾਨਾਂ ਤੋਂ ਰੂੰ ਖਰੀਦਦੇ ਹਾਂ। ਉਸ ਰੂੰ ਦੀ ਸਾਡੇ ਜੈਤੋ ਦੇ ਵਿੱਚ ਪ੍ਰੋਸੈਸਿੰਗ ਹੁੰਦੀ ਹੈ। ਅਸੀਂ ਇੱਕ ਛੋਟਾ ਜਿਹਾ ਕਾਟਨ ਪ੍ਰੋਸੈਸਿੰਗ ਯੂਨਿਟ ਲਗਾਇਆ ਹੋਇਆ ਜਿਹਦੇ ਵਿੱਚ ਉਹਦੀ ਜਿੰਨਿੰਗ ਹੁੰਦੀ ਹੈ ਤੇ ਕਾਰਡਿੰਗ ਹੁੰਦੀ ਹੈ। ਜਿੰਨਿੰਗ ਮਤਲਬ ਉਹਦੇ ਵੜੇਵੇਂ ਅੱਡ ਕੀਤੇ ਜਾਂਦੇ, ਕਾਰਡਿੰਗ ਮਤਲਬ ਉਹਨੂੰ ਪਿੰਜਿਆ ਜਾਂਦਾ ਹੈ। ਸਾਡੇ 2 ਟੀਮ ਮੈਂਬਰਸ ਹੈ, ਇੱਕ ਮਸ਼ੀਨ ਆਪਰੇਟ ਕਰਦਾ ਹੈ ਤੇ ਇੱਕ ਉਹਦੀ ਪੂਨੀਆਂ ਬਣਾਉਂਦਾ ਹੈ। ਉਹ ਪੂਨੀਆਂ ਬਣਾ ਕੇ ਫਿਰ ਬੀਬੀਆਂ ਨੂੰ ਸਪਲਾਈ ਹੁੰਦੀ ਹੈ ਪਿੰਡਾਂ ਦੇ ਵਿੱਚ, ਜਿਹਦਾ ਉਹ ਸੂਤ ਕੱਤਦੇ ਨੇ। ਅਸੀਂ ਉਹਨਾਂ ਤੋਂ ਸੂਤ ਲੈ ਲੈਂਦੇ ਨੇ, ਜਿਹੜੀ ਉਹਨਾਂ ਦੀ ਪੇਮੈਂਟ ਹੁੰਦੀ ਹੈ ਕਿਲੋ ਦੇ ਹਿਸਾਬ ਨਾਲ, ਉਹ ਉਹਨਾਂ ਨੂੰ ਦੇ ਦਿੰਦੇ ਨੇ। ਫਿਰ ਜਿਹੜਾ ਉਹ ਸੂਤ ਕੱਤ ਕੇ ਆਂਦਾ ਹੈ ਉਹ ਫਿਰ ਅੱਗੇ ਜਿਹੜੇ ਬੁਨਕਰ ਹੈ, ਜਿਹੜੀ ਬੀਬੀਆਂ ਖੱਡੀ ਤੇ ਕੱਪੜਾ ਬੁਣਦੀ ਹੈ ਜਾਂ ਜਿਹੜੇ ਜੁਲਾਹੇ ਹੈ, ਉਹਨਾਂ ਨੂੰ ਅਸੀਂ ਦਿੰਨੇ ਆ, ਉਹਦਾ ਕੱਪੜਾ ਬਣਦਾ ਹੈ ਤੇ ਫਿਰ ਉਹ ਕੱਪੜਾ ਅੱਗੇ ਸਪਲਾਈ ਹੁੰਦਾ ਹੈ। ਇਸ ਤਰ੍ਹਾਂ ਕਰਕੇ ਇਹ ਸਾਰਾ ਕੰਮ ਚੱਲਦਾ ਹੈ ਸਾਡਾ। ਜਦੋਂ ਇਹ ਤੁਸੀਂ ਇਹ ਕੰਮ ਮਿਸ਼ਨ ਨੂੰ ਸ਼ੁਰੂ ਕੀਤਾ, ਖੇਤੀ ਵਿਰਾਸਤ ਮਿਸ਼ਨ ਦਾ ਇੱਕ ਤ੍ਰਿੰਜਣ ਉਪਰਾਲਾ ਤੁਸੀਂ ਕੀਤਾ, ਜਦੋਂ ਸ਼ੁਰੂ ਦੇ ਵਿੱਚ ਤਾਂ ਫਿਰ ਤੁਹਾਨੂੰ ਬੜੀਆਂ ਦਿੱਕਤਾਂ ਆਈਆਂ ਹੋਣਗੀਆਂ ਜਦੋਂ ਪਿੰਡਾਂ ਦੇ ਵਿੱਚ ਗਏ? ਦੇਖੋ, ਐਸੀ ਕੋਈ ਦਿੱਕਤ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਤੋਂ ਕੁਝ ਸੋਚ ਕੇ ਨਹੀਂ ਰੱਖਿਆ ਸੀ ਮਨ ਦੇ ਵਿੱਚ ਕਿ ਅਸੀਂ ਐਸਾ ਕਰਾਂਗੇ। ਜਿਵੇਂ ਅਸੀਂ ਪਿੰਡਾਂ ਦੇ ਵਿੱਚ ਗਏ ਤਾਂ ਇਹ ਕੰਮ ਇਵੋਲਵ ਹੁੰਦਾ ਗਿਆ। ਜਿਵੇਂ ਪਹਿਲਾਂ ਸਾਡੇ ਕੋਲ ਕਾਟਨ ਸੀਗੀ, ਕਾਟਨ ਤੋਂ ਫਿਰ ਸਾਨੂੰ ਕਲੂ ਮਿਲਿਆ ਚਰਖਾ, ਚਰਖੇ ਤੋਂ ਸਾਡੇ ਹੱਥ ਦੇ ਵਿੱਚ ਆ ਗਿਆ ਸੂਤ। ਤਾਂ ਅਸੀਂ ਸੂਤ ਤੇ ਨਹੀਂ ਇਹਨੂੰ ਰੋਕਿਆ ਕਹਾਣੀ ਨੂੰ, ਅਸੀਂ ਅੱਗੇ ਵੱਧਦੇ ਗਏ। ਅਸੀਂ ਕਿਹਾ ਸੂਤ ਹੈ ਤਾਂ ਅਸੀਂ ਖੱਡੀਆਂ ਦੇ ਵਿੱਚ ਵੀ ਜਾਵਾਂਗੇ। ਫਿਰ ਖੱਡੀਆਂ ਦੇ ਵਿੱਚ ਇੱਥੇ ਪਹਿਲਾਂ ਖੇਸ ਤੇ ਚਾਦਰਾਂ ਬਣਾਉਂਦੇ ਸੀ ਤੇ ਫਿਰ ਸਾਨੂੰ ਲੱਗਿਆ ਵੀ ਅੱਜ ਕੱਲ੍ਹ ਖੇਸ ਤੇ ਚਾਦਰਾਂ ਕੋਈ ਇੰਨਾ ਯੂਜ਼ ਨਹੀਂ ਕਰਦਾ, ਅਸੀਂ ਉਹਦੇ ਤੋਲੀਏ ਬਣਾਉਂਦੇ ਹਾਂ। ਤਾਂ ਉਹਦੇ ਵਿੱਚ ਜਿਹੜੀ ਪ੍ਰੋਡਕਟ ਡਿਵੈਲਪਮੈਂਟ ਸੀਗੀ ਜਾਂ ਉਹਦਾ ਜਿਹੜਾ ਸਟਰਕਚਰ ਚੇਂਜ ਕਰਨਾ ਸੀ, ਉਹਦੇ ਜਿਹੜੇ ਕਲਰ, ਡਿਜ਼ਾਈਨ, ਪੈਟਰਨ, ਤਾਂ ਅਸੀਂ ਉਹਨਾਂ ਤੇ ਕੰਮ ਕੀਤਾ। ਨਾਲ ਦੀ ਨਾਲ ਅਸੀਂ ਮਾਰਕੀਟਿੰਗ ਵੀ ਦੇਖਦੇ ਗਏ ਕਿਉਂਕਿ ਅਗਰ ਇਹ ਪ੍ਰੋਡਕਟਸ ਸੈੱਲ ਨਹੀਂ ਹੁੰਦੇ
ਤਾਂ ਉਹ ਰਿਟਰਨ ਦੁਬਾਰਾ ਹੋ ਕੇ ਇਹ ਆਰਟੀਜ਼ਨਸ ਦਾ ਕੰਮ ਕੰਟੀਨਿਊ ਨਹੀਂ ਹੋਣਾ ਸੀ, ਕਿਉਂਕਿ ਇਕਨੋਮਿਕ ਜਿਹੜੀ ਉਹ ਸਾਈਕਲ ਹੈ ਉਹ ਵੀ ਇੱਕ ਇੰਪੋਰਟੈਂਟ ਚੀਜ਼ ਹੈ। ਅਗਰ ਇਹ ਸਮਾਨ ਵਿਕੇਗਾ ਤਾਂ ਹੀ ਆਰਟੀਜ਼ਨਸ ਦੇ ਕੋਲ ਪੈਸਾ ਵਾਪਿਸ ਆਏਗਾ ਤੇ ਤਾਂ ਹੀ ਉਹ ਕੰਟੀਨਿਊ ਕਰ ਪਾਣਗੇ। ਤਾਂ ਇਸ ਤਰ੍ਹਾਂ ਕਰਕੇ ਸਾਨੂੰ ਟੈਕਨੀਕਲ ਚੈਲੰਜਸ ਜ਼ਰੂਰ ਆਏ ਇਹਦੇ ਵਿੱਚ, ਸੋਸ਼ਲ ਚੈਲੰਜ ਕੋਈ ਨਹੀਂ ਸੀ, ਕਿਉਂਕਿ ਇੱਕ ਬੀਬੀ ਨੂੰ ਲੱਗਿਆ ਵੀ ਮੈਨੂੰ ਕੰਮ ਮਿਲ ਸਕਦਾ, ਉਹਨੂੰ ਦੇਖ ਕੇ ਦੂਜੀ ਬੀਬੀ ਵੀ ਆ ਗਈ, ਤੀਜੀ ਬੀਬੀ ਵੀ ਆ ਗਈ, ਤੇ ਉਹਨਾਂ ਨੂੰ ਜਦੋਂ ਸਾਡੇ ਉੱਤੇ ਵਿਸ਼ਵਾਸ ਹੋਇਆ ਕਿ ਇਹ ਭਰੋਸੇਮੰਦ ਲੋਕ ਹੈ, ਇਹ ਐ ਨਹੀਂ ਹੈਗਾ ਵੀ ਸਾਡੇ ਤੋਂ ਕੰਮ ਕਰਾ ਕੇ ਇੱਕ ਵਾਰੀ ਦੋ ਵਾਰੀ ਜਾਂ ਚਲੇ ਜਾਣਗੇ, ਫਿਰ ਉਹਨਾਂ ਨੇ ਆਪਣੇ ਆਪ ਫੋਨ ਕਰਨਾ ਸ਼ੁਰੂ ਕੀਤਾ ਵੀ ਸਾਨੂੰ ਸਮਾਨ ਦੇ ਕੇ ਜਾਓ। ਰੂਪਸੀ ਗਰਗ ਜੀ, ਗੱਲ ਇਹ ਵੀ ਅੱਜ ਦੇ ਮਸ਼ੀਨੀ ਯੁੱਗ ਦੇ ਵਿੱਚ ਜਿਹੜਾ ਇਹ ਕੱਪੜਾ ਤੁਸੀਂ ਬਣਾਉਂਦੇ ਹੋ, ਕਿਉਂਕਿ ਮਸ਼ੀਨਾਂ ਦੇ ਉੱਤੇ ਕੱਪੜਾ ਬਹੁਤ ਵਧੀਆ ਬਣਨ ਲੱਗ ਗਿਆ, ਬੜੇ ਪ੍ਰਿੰਟ ਆਉਣ ਲੱਗ ਗਏ ਆ, ਇਹ ਅੱਜ ਵੀ ਲੋਕ ਪਸੰਦ ਕਰਦੇ ਆ ਇਹ ਕੱਪੜਾ ਖਰੀਦਣਾ ਤੁਹਾਡੇ ਤੋਂ? ਮਸ਼ੀਨ ਵਾਲਾ ਕੱਪੜਾ ਹੈ, ਜਲਦੀ ਬਣ ਜਾਂਦਾ ਹੈ, प्रोडक्शन ज़्यादा है, इकोनॉमिकली चीपर है, ठीक है। मतलब अगर ये कपड़ा 100 रुपए का है तो मशीन वाला कपड़ा हो सकता है 40 या 50 रुपए का मिले, ठीक है। और एट द एंड ऑफ द डे कोई भी कंज्यूमर है वो अपनी पॉकेट देखता है, बिल्कुल जी। पर ਉਹਦੇ ਨਾਲ ਸਾਨੂੰ ਇੱਕ ਵਿਆਪਕ ਪੱਧਰ ਤੇ ਸੋਚਣਾ ਪਏਗਾ, ਕਿਆ ਅਸੀਂ ਸਾਰੇ ਹੀ ਜੇ ਮਸ਼ੀਨਾਂ ਵੱਲ ਹੋ ਗਏ ਤਾਂ ਜਿਹੜੇ ਸਾਡੇ ਹੱਥ ਦੀ ਕਲਾ ਹੈ, ਜਿਹੜਾ ਪਿੰਡ ਦੇ ਵਿੱਚ ਇੱਕ ਬੀਬੀ ਨੂੰ ਬੈਠੇ ਉਹ ਵਿਗਿਆਨ ਪਤਾ ਹੈ ਪੂਰਾ ਕੱਪੜਾ ਬਣਾਉਣ ਦਾ, ਉਹਦੇ ਵਿੱਚ ਤਾਨਾ ਹੈ, ਬਾਨਾ ਹੈ, ਉਹਨੂੰ ਤਨਨਾ ਹੈ, ਉਹਦੀ ਨਾਲ ਬਣਾਉਣੀ ਹੈ, ਉਹਦੇ ਵਿੱਚ ਅਲੱਗ-ਅਲੱਗ ਡੱਬੀਆਂ ਪਾ ਕੇ ਇੰਨੇ ਧਾਗੇ ਬਣਾ ਕੇ ਇਹ ਡਿਜ਼ਾਈਨ ਬਣ ਸਕਦਾ ਹੈ। ਤਾਂ ਉਹ ਜਿਹੜੀ ਰਚਨਾਤਮਕਤਾ ਹੈ, ਕਿਆ ਅਸੀਂ ਉਹਨੂੰ ਖਤਮ ਨਹੀਂ ਕਰ ਰਹੇ? ਔਰ ਜਦੋਂ ਮਸ਼ੀਨ ਦੇ ਨਾਲ ਅਸੀਂ ਕੋਈ ਫਾਸਟ ਚੀਜ਼ ਦੇ ਨਾਲ ਅੱਗੇ ਤੁਰਦੇ ਹਾਂ ਤਾਂ ਕਿਆ ਸਾਡੇ ਅੰਦਰ ਵੀ ਉਹ ਕਾਲੀ ਨਹੀਂ ਆ ਜਾਂਦੀ ਚੀਜ਼ਾਂ ਨੂੰ ਦੇਖ ਕੇ? ਜਦੋਂ ਅਸੀਂ ਆਪਣੇ ਹੱਥ ਨਾਲ ਉਹ ਕੱਪੜਾ ਬੁਣਦੇ ਹਾਂ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਕਿਸੇ ਸਗੇ ਸੰਬੰਧੀ ਨੂੰ ਦਿੰਦੇ ਹਾਂ ਤਾਂ ਕਿਆ ਉਹਦੀ ਇੱਕ ਵੈਲਿਊ ਸਾਡੇ ਮਨ ਦੇ ਅੰਦਰ ਨਹੀਂ ਹੁੰਦੀ? ਉਹਦੇ ਵਿੱਚ ਇੱਕ ਇਮੋਸ਼ਨਲ ਐਂਗਲ ਨਹੀਂ ਹੁੰਦਾ? ਤਾਂ ਸਾਨੂੰ ਕਿਤੇ ਨਾ ਕਿਤੇ ਸੋਚਣਾ ਪਏਗਾ ਕਿ ਕਿਆ, ਮੈਂ ਇਹ ਨਹੀਂ ਕਹਿ ਰਹੀ ਕਿ ਮਸ਼ੀਨ ਵਾਲਾ ਪ੍ਰੋਡਕਟ ਸਾਨੂੰ ਨਹੀਂ ਚਾਹੀਦਾ, ਉਹਦੀ ਵੀ ਜ਼ਰੂਰਤ ਹੈ ਸਮਾਜ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਅਸੀਂ ਇੰਨਾ ਅੱਗੇ ਤੁਰ ਚੁੱਕੇ ਹਾਂ ਕਿ ਇੰਨਾ ਵਾਪਸ ਵੀ ਨਹੀਂ ਆਇਆ ਜਾ ਸਕਦਾ। ਪਰ ਉਹਦੇ ਨਾਲ ਨਾਲ ਜਿਹੜਾ ਇਹ ਪਿੰਡਾਂ ਦੀ ਕਲਾ ਹੈ, ਵਿਗਿਆਨ ਹੈ, ਤਕਨੀਕ ਹੈ, ਗਣਿਤ ਹੈ, ਖੱਡੀ ਦਾ ਪੂਰਾ ਕੰਮ ਗਣਿਤ ਹੈ। ਕਿੰਨੇ ਧਾਗੇ ਗਿਣ ਕੇ ਤੁਸੀਂ ਉਹ ਤਾਨਾ ਲਗਾਉਣਾ ਹੈ, ਕਿੰਨੇ ਧਾਗਿਆਂ ਦੇ ਨਾਲ ਉਹ ਡੱਬੀ ਬਣਾਉਣੀ ਹੈ ਜਾਂ ਉਹਦੇ ਨਾਲ ਉਹ ਲਾਈਨ ਬਣਾਉਣੀ ਹੈ। ਤਾਂ ਇਹ ਜਿਹੜੀ ਇਹਨਾਂ ਦੇ ਦਿਮਾਗ ਦੀ ਇਮੈਜੀਨੇਸ਼ਨ ਹੈ, ਇਹਨਾਂ ਦੀ ਜਿਹੜੀ ਕ੍ਰੀਏਟੀਵਿਟੀ ਹੈ, ਕਿਆ ਅਸੀਂ ਉਹਨੂੰ ਕਾਊਂਟ ਨਹੀਂ ਕਰਾਂਗੇ? ਔਰ ਕੋਈ ਵੀ ਕਾਰੀਗਰ ਹੈ ਅਗਰ ਉਹ ਆਪਣੇ ਕੰਮ ਨਾਲ ਜੁੜਿਆ ਹੋਇਆ ਹੈ ਤਾਂ ਉਹਨੂੰ ਆਪਣੀ ਫਿਜ਼ੀਕਲ ਲੇਬਰ ਜਿਹੜੀ ਹੈਗੀ ਹੈ, ਹੱਥ ਔਰ ਪੈਰ ਦੇ ਨਾਲ ਜਿਹੜਾ ਉਹ ਕੰਮ ਕਰਦਾ ਹੈ, ਤਾਂ ਉਹਦੀ ਵੈਲਿਊ ਦਾ ਪਤਾ ਲੱਗਦਾ ਹੈ। ਇਸੇ ਤਰ੍ਹਾਂ ਅਗਰ ਕੰਜ਼ਿਊਮਰਸ ਵੀ ਇਹ ਹੱਥ ਦੀ ਬਣੀ ਹੋਈ ਚੀਜ਼ ਨੂੰ ਪਾਣਗੇ ਤਾਂ ਉਹਨਾਂ ਨੂੰ ਵੀ ਆਪਣੀ ਬਾਡੀ, ਮਾਈਂਡ ਔਰ ਸੋਲ ਦੇ ਨਾਲ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ, ਕਿਉਂਕਿ ਉਹ ਪ੍ਰੋਡਕਸ਼ਨ ਸਿਰਫ ਐਸਾ ਨਹੀਂ ਹੈਗਾ ਕਿ ਰੂਹ ਤੋਂ ਧਾਗਾ ਬਣ ਗਿਆ ਔਰ ਧਾਗੇ ਤੋਂ ਕੱਪੜਾ ਬਣ ਗਿਆ, ਉਹ ਸਿਰਫ ਫਿਜ਼ੀਕਲ ਪ੍ਰੋਡਕਸ਼ਨ ਨਹੀਂ ਹੈ, ਉਹਦੇ ਵਿੱਚ ਬਹੁਤ ਸਾਰਾ ਸਾਈਕੋਲੋਜੀਕਲ, ਇਮੋਸ਼ਨਲ, ਕਲਚਰਲ, ਸੋਸ਼ਲ ਔਰ ਇਕੋਲੋਜੀਕਲ ਐਂਗਲ ਵੀ। ਤੁਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਹੋਰ ਕਿੰਨੇ ਕੁ ਪਿੰਡਾਂ ਦੇ ਵਿੱਚ ਜੋੜਨਾ ਚਾਹੁੰਦੇ ਹੋ ਇਸ ਕੰਮ ਨੂੰ? ਅਸੀਂ ਇੱਕ ਬੁਣਕਰ ਪਾਠਸ਼ਾਲਾ ਸ਼ੁਰੂ ਕਰਨ ਵਾਲੇ ਹਾਂ, ਉਮੀਦ ਹੈ ਕਿ ਅਗਸਤ ਦੇ ਮਹੀਨੇ ਤੋਂ ਹੀ ਹੋ ਜਾਏਗੀ। ਬੁਣਕਰ ਪਾਠਸ਼ਾਲਾ ਇਸ ਕਰਕੇ ਕਿਉਂਕਿ ਅਸੀਂ ਦੇਖਿਆ ਕਿ ਕਿਸਾਨ ਕਪਾਹ ਤੇ ਨਰਮਾ ਲਗਾਉਣ ਨੂੰ ਤਿਆਰ ਹੈ, ਜਿੰਨੀ ਸਾਨੂੰ ਪ੍ਰੋਡਕਸ਼ਨ ਚਾਹੀਦੀ ਆ ਹੋ ਜਾਏਗੀ। ਧਾਗਾ ਬਣਾਉਣ ਵਾਲੀ ਬੀਬੀਆਂ ਵੀ ਹੈਗੀਆਂ ਜਾਂ ਕੁਝ ਅਸੀਂ ਮਸ਼ੀਨ ਵਾਲਾ ਧਾਗਾ ਵੀ ਬਣਵਾਉਂਦੇ ਹਾਂ, ਕਿਉਂਕਿ ਹਰੇਕ ਚੀਜ਼ ਹੱਥ ਵਾਲੀ ਸੰਭਵ ਵੀ ਨਹੀਂ ਹੈ। ਪਰ ਜਦੋਂ ਤੱਕ ਬੁਣਕਰ ਨਹੀਂ ਹੋਣਗੇ ਸਾਡੇ ਕੋਲ ਤਾਂ ਉਹ ਕੱਪੜਾ ਨਹੀਂ ਹੋਏਗਾ, ਕਿਉਂਕਿ ਕੱਪੜਾ ਇਜ਼ ਦਾ ਅਲਟੀਮੇਟ ਪ੍ਰੋਡਕਟ, ਜਿਹਨੂੰ ਅਸੀਂ ਪਾ ਸਕਦੇ ਹਾਂ, ਉਹਦੀ ਚਾਦਰ ਬਣਾ ਸਕਦੇ ਹਾਂ, ਉਹਦਾ ਤੋਲੀਆ ਬਣਾ ਸਕਦੇ ਹਾਂ, ਉਹਨੂੰ ਯੂਜ਼ ਕਰ ਸਕਦੇ ਹਾਂ। ਧਾਗਾ ਤੇ ਰੂਹ ਐਜ਼ ਇਟ ਇਜ਼ ਯੂਜ਼ ਨਹੀਂ ਹੋਣੇ। ਤਾਂ ਅਸੀਂ ਇਹ ਬੁਣਕਰ ਪਾਠਸ਼ਾਲਾ ਸ਼ੁਰੂ ਕਰਨ ਲੱਗੇ ਹਾਂ ਖੇਤੀ ਵਿਰਾਸਤ ਮਿਸ਼ਨ ਦੇ ਨਾਲ ਹੀ। ਤੇ ਇਹਦੇ ਵਿੱਚ ਹੈਗਾ ਕਿ ਜਿਹੜੇ ਵੀ ਆਸ-ਪਾਸ ਦੇ ਪਿੰਡਾਂ ਦੇ ਕੁਝ ਯੰਗ ਲੜਕੇ ਲੜਕੀਆਂ ਹੈ ਜਾਂ ਕੁਝ ਯੰਗ ਬੀਬੀਆਂ ਹੈ, ਅਗਰ ਉਹ ਟ੍ਰੇਨਿੰਗ ਲੈਣਾ ਚਾਹਣ ਤਾਂ ਉਹ ਸਾਡੇ ਕੋਲ ਇਸ 1 ਮਹੀਨੇ ਦੇ ਕੋਰਸ ਦੇ ਵਿੱਚ ਆ ਕੇ ਲੈ ਸਕਦੇ ਨੇ। ਅਗਰ ਉਹ ਵਧੀਆ ਕੰਮ ਕਰਨਗੇ ਤਾਂ ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਵੀ ਖੱਡੀ ਲਗਾਈ ਜਾ ਸਕਦੀ ਹੈ, ਤੁਸੀਂ ਦੇਖਿਆ ਹੀ ਹੈ ਕਿ ਕਿੰਨੀ ਕੁ ਜਗ੍ਹਾ ਇਹ ਲੈਂਦੀ ਹੈ। ਜਾਂ ਫਿਰ ਅਸੀਂ ਜੈਤੋ ਦੇ ਵਿੱਚ ਵੀ ਕਾਮਨ ਫੈਸਿਲਿਟੀ ਸੈਂਟਰ ਉਦੋਂ ਤੱਕ ਸਟਾਰਟ ਕਰ ਲਾਂਗੇ, ਜਿੱਥੇ 5-6 ਖੱਡੀਆਂ ਹੋਣਗੀਆਂ ਤੇ ਉੱਥੇ ਆ ਕੇ ਉਹ ਕੱਪੜਾ ਬੁਣ ਸਕਦੇ ਨੇ। ਜਿੰਨਾ ਕੱਪੜਾ ਉਹ ਬੁਣਨਗੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਵੇਜਿਸ ਮਿਲਣਗੇ। ਦੇਖੋ ਅਜੇ ਸਿਰਫ ਲੋਕ ਇਹਨੂੰ ਇਕਨੋਮਿਕ ਐਂਗਲ ਤੋਂ ਸੋਚਦੇ ਆ, ਸਿਰਫ ਲਾਈਵਲੀਹੁੱਡ ਦੇ ਐਂਗਲ ਤੋਂ ਸੋਚਦੇ ਆ, ਬਟ ਜਿਵੇਂ ਜਿਵੇਂ ਅਸੀਂ ਇਹਦੇ ਵਿੱਚ ਉਤਰਦੇ ਜਾਂਦੇ ਆ, ਜਿਵੇਂ ਜਿਵੇਂ ਇਹਦੀ ਗਹਿਰਾਈ ਨੂੰ ਸਮਝਦੇ ਆ ਤਾਂ ਸਾਨੂੰ ਸਮਝ ਆਉਂਦਾ ਕਿ ਇਹ ਪੈਸੇ ਤੋਂ ਪਰੇ ਦੀ ਗੱਲ ਹੈ। ਇਹ ਆਪਣੀ ਜ਼ਿੰਦਗੀ ਨੂੰ ਪਹਿਚਾਨਣ,
ਔਰ ਆਪਣੀ ਜਿਹੜੀ ਐਗਜ਼ਿਸਟੈਂਸ ਹੈ ਇਸ ਧਰਤੀ ਤੇ ਜਿਹੜੀ ਹੋਂਦ ਹੈ ਉਹਦਾ ਵੀ ਇੱਕ ਮਾਧਿਅਮ ਹੈਗਾ। ਗੱਲ ਇਹ ਦੇਖੋ, ਕੱਪੜਾ ਬਹੁਤ ਸਾਰਾ ਇਕੱਠਾ ਹੋ ਜਾਂਦਾ ਤੁਹਾਡੇ ਕੋਲ ਫਿਰ, ਹਨਾ ਜੀ। ਤੇ ਸਰਕਲ ਤਾਂ ਹੀ ਚੱਲੂਗਾ, ਤੁਸੀਂ ਇਹਨਾਂ ਸਵਾਣੀਆਂ ਨੂੰ ਵੀ ਇਹਨਾਂ ਦੇ ਲੇਬਰ ਆ ਜਿਹੜੀ ਉਹ ਤਾਂ ਹੀ ਦਿਓਗੇ ਜੋ ਅੱਗੇ ਵਿਕੂਗਾ, ਹਨਾ ਜੀ। ਸੋ ਕਿੱਦਾਂ ਫਿਰ ਉਹ ਅੱਗੇ ਉਹਨੂੰ ਕੱਪੜੇ ਨੂੰ ਵੇਚਦੇ ਹੋ, ਕਿਵੇਂ ਇਹਨਾਂ ਨੂੰ ਫਿਰ ਤੁਸੀਂ ਬੈਕ ਪੇਮੈਂਟ ਦਿੰਦੇ ਹੋ? ਅਸੀਂ ਬਹੁਤ ਸੋਫਿਸਟੀਕੇਟਿਡ ਤਰੀਕੇ ਨਾਲ ਤਾਂ ਇਹਨੂੰ ਪਬਲਿਸਾਈਜ਼ ਨਹੀਂ ਕਰਦੇ ਜੀ। ਠੀਕ ਹੈ, ਸਾਡਾ ਕੋਈ ਆਨਲਾਈਨ ਪਲੇਟਫਾਰਮ ਵੀ ਨਹੀਂ ਹੈ ਐਸ ਸੱਚ, ਪਰ ਜਿਵੇਂ ਤੁਸੀਂ ਸਾਡੇ ਕੋਲ ਆਏ ਜਾਂ ਹਾਂਜੀ। ਕੋਈ ਹੋਰ ਆਇਆ, ਕਿਸੇ ਨੇ ਸਾਡੀ ਸਟੋਰੀ ਪੜ੍ਹੀ, ਕਿਸੇ ਨੇ ਸਾਡੇ ਬਾਰੇ ਸੁਣਿਆ, ਤਾਂ ਉਹ ਸਾਡੇ ਕੋਲ ਆਉਂਦੇ ਨੇ। ਪੰਜਾਬ ਦੇ ਵਿੱਚੋਂ ਵੀ ਆਉਂਦੇ ਨੇ, ਪੰਜਾਬ ਤੋਂ ਬਾਹਰੋਂ ਵੀ ਆਉਂਦੇ ਨੇ, ਤੇ ਸਾਡਾ ਕੁਝ ਕੱਪੜਾ ਫੋਰਨ ਦੇ ਵਿੱਚ ਵੀ ਜਾਂਦਾ ਹੈ, ਜਿਹੜੇ ਲੋਕ ਆਰਗੈਨਿਕ ਕਾਟਨ ਔਰ ਹੈਂਡਮੇਡ ਕੱਪੜੇ ਨੂੰ ਸਮਝਦੇ ਨੇ। ਤੇ ਜੈਤੋ ਦੇ ਵਿੱਚ ਸਾਡਾ ਇੱਕ ਆਊਟਲੈਟ ਹੈਗਾ, ਤੇ ਉੱਥੇ ਆ ਕੇ ਲੋਕ ਲੈ ਜਾਂਦੇ ਨੇ, ਜਾਂ ਕੁਝ ਅਸੀਂ ਕੋਰੀਅਰ ਵੀ ਕਰਾ ਦਿੰਦੇ ਆ ਕੱਪੜਾ। ਤਾਂ ਸਾਡਾ ਉਹ ਸਰਕਲ ਚੱਲੀ ਜਾਂਦਾ, ਐਸੀ ਕੋਈ ਦਿੱਕਤ ਨਹੀਂ ਹੈ। ਸਪਲਾਈ ਔਰ ਜਿਹੜੀ ਡਿਮਾਂਡ ਹੈ ਕੱਪੜੇ ਦੀ ਹੈ ਠੀਕ ਠਾਕ ਹੈ, ਪਰ ਸਾਨੂੰ ਜਿਹੜਾ ਮੇਨ ਕੰਮ ਕਰਨਾ ਉਹ ਪ੍ਰੋਡਕਸ਼ਨ ਤੇ ਕਰਨਾ, ਉਹ ਪ੍ਰੋਡਕਸ਼ਨ ਆਫ ਫੈਬਰਿਕ, ਮਤਲਬ ਵੀਵਿੰਗ ਤੇ ਸਾਨੂੰ ਮੇਨ ਕੰਮ ਕਰਨਾ ਹੈ। ਕਾਟਨ ਪ੍ਰੋਡਕਸ਼ਨ ਔਰ ਯਾਨ ਮੈਨੂਫੈਕਚਰਿੰਗ, ਉਹ ਸਾਡੀ ਦੋਨੋਂ ਚੀਜ਼ਾਂ ਸੈੱਟ ਹੈ, ਪਰ ਅਜੇ ਵੀਵਿੰਗ ਵਾਲਾ ਜਿਹੜਾ ਪਾਰਟ ਹੈ ਉਹਨੂੰ ਅਸੀਂ ਹੋਰ ਸਟਰੋਂਗ ਕਰਨਾ ਹੈ। ਰੂਪਸੀ ਗਰਗ ਜੀ, ਪੁੱਛਣਾ ਚਾਹਾਂਗਾ ਕਿ ਜਿਹੜਾ ਤੁਸੀਂ ਜਿਹੜੀ ਤੁਸੀਂ ਕਪਾਹ ਲੈਂਦੇ ਹੋ ਜਾਂ ਨਰਮਾ ਲੈਂਦੇ ਹੋ, ਕਿਹੜੀ ਕਿਸਾਨਾਂ ਤੋਂ ਲੈਂਦੇ ਹੋ ਫਿਰ ਉਹ? ਇਹ ਖੇਤੀ ਵਿਰਾਸਤ ਮਿਸ਼ਨ ਦੇ ਨੈਟਵਰਕ ਦੇ ਹੀ ਕਿਸਾਨ ਹੈ, ਜਿਹੜੇ ਪਿਛਲੇ 15-20 ਸਾਲਾਂ ਤੋਂ ਆਰਗੈਨਿਕ ਫਾਰਮਿੰਗ ਕਰ ਰਹੇ ਹਨ। ਤੇ ਇਹ ਕਿਸਾਨ ਅਬੋਹਰ, ਫਾਜ਼ਿਲਕਾ, ਸਿਰਸਾ, ਹਿਸਾਰ, ਜੀਂਦ, ਬਠਿੰਡਾ, ਫਰੀਦਕੋਟ ਔਰ ਮੁਕਤਸਰ ਦੇ ਇਲਾਕਿਆਂ ਦੇ ਹੈਗੇ ਨੇ। ਤਾਂ ਇਹ ਕਪਾਹ ਪੱਟੀ ਸੀਗੀ ਜੀ ਪਹਿਲਾਂ, ਤੇ ਹੁਣ ਸਾਰਾ ਇੱਥੇ ਝੋਨਾ ਹੋਣ ਲੱਗ ਗਿਆ ਜਾਂ ਬੀਟੀ ਕਾਟਨ ਹੋ ਰਹੀ ਹੈ, ਔਰ ਬੀਟੀ ਕਾਟਨ ਸਾਰੀ ਇੰਡਸਟਰੀ ਨੂੰ ਸਪਲਾਈ ਹੁੰਦੀ ਹੈ। ਤੇ ਕਪਾਹ ਤਾਂ ਹੁਣ ਕਿਤੇ ਵੀ ਨਹੀਂ ਹੁੰਦੀ, ਪਰ ਜਿਹੜੇ ਸਾਡੇ ਚਰਖੇ ਹੈ ਉਹਨਾਂ ਦੇ ਉੱਤੇ ਕਪਾਹ ਦਾ ਸੂਤ ਹੀ ਵਧੀਆ ਕੱਤਿਆ ਜਾਂਦਾ ਹੈ, ਕਿਉਂਕਿ ਨਰਮਾ ਜਿਹੜਾ ਹੈ ਉਹ ਮਸ਼ੀਨ ਦੇ ਲਈ ਸੂਟੇਬਲ ਹੈ। ਤਾਂ ਜਿਵੇਂ ਜਿਵੇਂ ਅਸੀਂ ਇਹ ਕੰਮ ਕਰ ਰਹੇ ਹਾਂ ਤਾਂ ਸਾਨੂੰ ਇਹਦੀ ਟੈਕਨੀਕਲ ਤੇ ਹੋਰ ਬਾਰੀਕੀਆਂ ਦਾ ਵੀ ਪਤਾ ਲੱਗ ਰਿਹਾ। ਸੋ ਗੱਲ ਇਹ ਆ ਵੀ ਦੇਖੋ, ਅੱਜ ਕੱਲ ਪੜ੍ਹਾਈ ਦਾ ਯੁੱਗ ਹੈ, ਪਿੰਡਾਂ ਦੀਆਂ ਜਿਹੜੀਆਂ ਮੁਟਿਆਰਾਂ ਨੇ ਉਹ ਵੀ ਪੜ੍ਹ ਲਿਖ ਗਈਆਂ ਨੇ, ਇਸ ਕੰਮ ਵੱਲ ਨੂੰ ਨਹੀਂ ਆਉਣਾ ਚਾਹੁੰਗੀਆਂ। ਕੀ ਕਹਿਣਾ ਚਾਹੋਗੇ ਕਿ ਉਹ ਵੀ ਇਹ ਸਾਡੀ ਜਿਹੜੀ ਪੁਰਾਣੀ ਵਿਰਾਸਤ ਹੈ ਇਹਨੂੰ ਸਾਂਭ ਕੇ ਰੱਖਣ, ਇਹਦੇ ਨਾਲ ਜੁੜਨ, ਚਰਖੇ ਨਾਲ ਜੁੜੇ ਰਹਿਣ, ਕੀ ਕਹਿਣਾ ਚਾਹੋਗੇ? ਜਿਹੜਾ ਅੱਜ ਕੱਲ ਦਾ ਯੂਥ ਹੈ, ਠੀਕ ਹੈ, ਇਹ ਸਕੂਲ ਐਜੂਕੇਸ਼ਨ ਤਾਂ ਹਰ ਕੋਈ ਲੈ ਹੀ ਰਿਹਾ ਹੈ, ਠੀਕ ਹੈ, 10th ਹੈ, 12th ਹੈ, ਇਸ ਤੋਂ ਬਾਅਦ ਕਾਲਜ ਐਜੂਕੇਸ਼ਨ ਵੀ, ਗ੍ਰੈਜੂਏਸ਼ਨ ਹੈ, ਪੋਸਟ ਗ੍ਰੈਜੂਏਸ਼ਨ ਹੈ, ਹੋਰ ਹੈ। ਅਗਰ ਅਸੀਂ ਪੰਜਾਬ ਦਾ ਟ੍ਰੈਂਡ ਦੇਖਾਂਗੇ ਤਾਂ ਪੰਜਾਬ ਦੇ ਵਿੱਚ ਨਾ ਮਤਲਬ ਇੱਕ ਤਰ੍ਹਾਂ ਦੀ ਮਾਨਸਿਕਤਾ ਬਣ ਗਈ ਹੈ, ਔਰ ਇਹ ਬੜਾ ਸੋਚ ਕੇ ਦੁੱਖ ਵੀ ਆਉਂਦਾ ਹੈ ਕਈ ਵਾਰੀ। ਇਸ ਚੱਕਰ ਦੇ ਵਿੱਚ ਕਿਆ ਹੈ ਕਿ ਅਸੀਂ ਆਪਣੀ ਜੜ੍ਹਾਂ ਤੋਂ ਉਖੜ ਰਹੇ ਹਾਂ। ਕੋਈ ਵੀ ਪੌਦਾ ਹੈ, ਬੂਟਾ ਹੈ, ਉਹਨੂੰ ਨਰਚਰ ਕੀਤਾ ਜਾਂਦਾ ਹੈ। ਐਵੇਂ ਹੀ ਇੱਕ ਨੌਜਵਾਨ ਦੀ ਕਹਾਣੀ ਹੈ, ਉਹਦੇ ਮਾਂ-ਬਾਪ, ਉਹਦੇ ਦਾਦਾ ਦਾਦੀ, ਉਹਦੇ ਰਿਸ਼ਤੇਦਾਰ, ਉਹਦਾ ਪਿੰਡ ਉਹਨੂੰ 20-22 ਸਾਲ ਤੱਕ ਨਰਚਰ ਕਰਦਾ ਹੈ, ਉਹਨੂੰ ਵੱਡਾ ਕਰਦਾ ਹੈ, ਸ਼ਾਰੀਰਿਕ ਰੂਪ ਦੇ ਵਿੱਚ ਵੀ, ਮਾਨਸਿਕ ਰੂਪ ਦੇ ਵਿੱਚ ਵੀ, ਔਰ ਸੰਸਾਰ ਦੇ ਵਿੱਚ ਕਿਵੇਂ ਵਿਚਰਨਾ ਹੈ ਉਹਦੇ ਵਿੱਚ ਵੀ। ਉਸ ਤੋਂ ਬਾਅਦ ਜਦੋਂ ਉਹ ਕਹਿ ਦਿੰਦਾ ਹੈ ਕਿ ਮੈਨੂੰ ਤਾਂ ਇੱਥੇ ਕੁਝ ਦਿਖਦਾ ਹੀ ਨਹੀਂ, ਮੈਂ ਕਹੂੰਗੀ ਮਾਂ-ਬਾਪ ਵੀ ਉਹਦੇ ਵਿੱਚ ਦੋਸ਼ੀ ਹੈ, ਕਿਉਂਕਿ ਮਾਂ-ਬਾਪ ਵੀ ਆਪਣੇ ਬੱਚੇ ਨੂੰ ਦੂਰ ਭੇਜਣ ਦੀ ਪੂਰੀ ਵਿਵਸਥਾ ਕਰਦੇ ਹੋ, ਚਾਹੇ ਜ਼ਮੀਨ ਵੇਚ ਕੇ ਕਰਨ, ਚਾਹੇ ਕਿਵੇਂ ਵੀ ਕਰਨ। ਜਦੋਂ ਤੁਹਾਡੀ ਜੜ੍ਹਾਂ ਇੱਕ ਥਾਂ ਤੋਂ ਉਖੜ ਕੇ ਦੂਜੀ ਥਾਂ ਜਾਣਗੀਆਂ ਤਾਂ ਉਹ ਕਿਵੇਂ ਹੋਏਗਾ? ਉੱਥੇ ਤਾਂ ਸਭ ਕੁਝ ਵੀਰਾਨ ਹੋ ਜਾਏਗਾ ਨਾ, ਸਭ ਕੁਝ ਖਾਲੀ ਹੋ ਜਾਏਗਾ। ਉਹਦੇ ਨਾਲ ਹੀ ਸਾਡੀ ਜਿਹੜੀ ਦ੍ਰਿਸ਼ਟੀ ਹੈ, ਸਾਡੀ ਜਿਹੜੀ ਸੋਚਣ ਸਮਝਣ ਦੀ ਸਮਰੱਥਾ ਹੈ, ਉਹਨੂੰ ਵੀ ਅਸੀਂ ਪੂਰਾ ਬਲੌਕ ਕਰ ਦਿੰਦੇ ਹਾਂ ਕਿ ਇੱਥੇ ਤਾਂ ਕੁਝ ਹੈ ਹੀ ਨਹੀਂ, ਇੱਥੇ ਤਾਂ ਕੁਝ ਹੈ ਹੀ ਨਹੀਂ। ਅਸੀਂ ਕੈਨੇਡਾ ਜਾ ਕੇ ਕੁਝ ਵੀ ਕਰ ਲਾਂਗੇ, ਪਰ ਇੱਥੇ ਸਾਡੀ ਜ਼ਮੀਨ ਹੈ ਆਪਣੀ, ਇੱਥੇ ਸਾਡੇ ਪਿੰਡਾਂ ਦੇ ਵਿੱਚ ਇੰਨਾ ਕੁਝ ਦੇਖਣ ਵਾਲਾ ਹੈ, ਅਸੀਂ ਉਹਦੇ ਵੱਲ ਨਹੀਂ ਦੇਖਾਂਗੇ। ਤਾਂ ਇਹ ਸਾਰਾ ਨਜ਼ਰੀਏ ਦੀ ਗੱਲ ਹੈ, ਪਰਸਪੈਕਟਿਵ ਦੀ ਗੱਲ ਹੈ। ਮੈਮ, ਅਖੀਰ ਦੇ ਵਿੱਚ ਸਾਡੇ ਪਿੰਡਾਂ ਵਾਲੇ ਕਿਸਾਨ ਵੀਰਾਂ ਨੂੰ, ਕਿਉਂਕਿ ਕਿਸਾਨ ਵੀਰਾਂ ਤੋਂ ਬਿਨਾਂ ਬੀਬੀਆਂ ਵੀ ਨਹੀਂ ਅੱਗੇ ਤੁਰ ਸਕਦੀਆਂ, ਹੈ ਨਾ, ਸੋ ਉਹਨਾਂ ਨੂੰ ਤੇ ਸਾਡੀਆਂ ਕਿਸਾਨ ਸਵਾਣੀਆਂ ਨੂੰ ਕੀ ਮੈਸੇਜ ਤੁਸੀਂ ਦੇਣਾ ਚਾਹੋਗੇ ਕਿ ਤੁਹਾਡੇ ਨਾਲ ਜੁੜਨ ਤੇ ਤੁਹਾਡੇ ਨਾਲ ਜੁੜਨ ਲਈ ਕਿੱਥੇ ਰਾਬਤਾ ਕਾਇਮ ਕਰਨ? ਦੇਖੋ, ਮੇਰਾ ਸੰਦੇਸ਼ ਤਾਂ ਇਹੀ ਹੈ ਕਿ ਜਿਹੜੇ ਸਾਡੇ ਪਿੰਡ ਹੈ ਉਹਨਾਂ ਦੇ ਵਿੱਚ ਸਾਡੀ ਸਭ ਤੋਂ ਵੱਡੀ ਜਿਹੜੀ ਐਸੈਟ ਹੈ ਉਹ ਸਾਡੇ ਖੇਤ ਹੈ, ਖੇਤਾਂ ਦੀ ਮਿੱਟੀ ਹੈ। ਕਿਉਂਕਿ ਜਿਹੜੀ ਵੀ ਚੀਜ਼ ਦੀ ਸਾਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰਤ ਪੈਂਦੀ ਹੈ, ਉਹ ਚਾਹੇ ਰੋਟੀ ਹੈ, ਚਾਹੇ ਕੱਪੜਾ ਹੈ, ਚਾਹੇ ਮਕਾਨ ਹੈ, ਚਾਹੇ ਸਾਡੀ ਮੈਡੀਸਨਸ ਹੈ। ਮਤਲਬ ਹੁਣ ਤਾਂ ਅਸੀਂ ਐਲੋਪੈਥੀ ਮੈਡੀਸਨ ਲੈਂਦੇ ਹਾਂ, ਪਰ ਜਿਹੜੀ ਵੀ ਸਾਡੀ ਜੜੀ ਬੂਟੀਆਂ ਹੈ ਜੀ, ਜਾਂ ਐਜੂਕੇਸ਼ਨ ਹੈ, ਐਜੂਕੇਸ਼ਨ ਮਤਲਬ ਸਿੱਖਿਆ। ਅੱਜ ਕੱਲ੍ਹ ਅਸੀਂ ਉਹ ਲਿਖਣ ਪੜ੍ਹਨ ਵਾਲੀ ਸਿੱਖਿਆ ਲੈਂਦੇ ਹਾਂ,
ਪਰ ਜਦੋਂ ਤੱਕ ਕੋਈ ਬੱਚਾ ਆਪਣੇ ਪਿਤਾ ਦੇ ਨਾਲ ਜਾਂ ਆਪਣੇ ਦਾਦਾ ਦੀ ਉਂਗਲ ਫੜ ਕੇ ਆਪਣੀ ਜ਼ਮੀਨ ਦੇ ਵਿੱਚ ਨਹੀਂ ਜਾਏਗਾ ਜਾਂ ਆਪਣੇ ਪੁਸ਼ਤੈਨੀ ਕਾਰੋਬਾਰ ਨੂੰ ਨਹੀਂ ਸਮਝੇਗਾ ਤਾਂ ਉਹ ਐਜੂਕੇਸ਼ਨ ਦਾ ਕਿਵੇਂ ਮਾਧਿਅਮ ਬਣ ਸਕਦਾ। ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਪਿੰਡ, ਸਾਡੇ ਖੇਤ ਤੇ ਸਾਡੀ ਮਿੱਟੀ ਉਹ ਸਾਡੇ ਜੀਵਨ ਯਾਪਨ ਲਈ ਜਿਹੜੀ ਵੀ ਜ਼ਰੂਰੀ ਦੀ ਵਸਤੂਆਂ ਹੈ ਉਹ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ ਔਰ ਉਹਦੇ ਨਾਲ ਨਾਲ ਸਾਡੀ ਆਤਮਾ ਨੂੰ ਵੀ ਸ਼ਾਂਤੀ ਪ੍ਰਦਾਨ ਕਰ ਸਕਦੇ ਨੇ। ਤਾਂ ਇਸ ਲਈ ਕਿਸਾਨ ਆਪਣੇ ਖੇਤਾਂ ਦੇ ਵਿੱਚ ਕੱਚਾ ਮਾਲ ਪੈਦਾ ਕਰੇ ਔਰ ਬਾਕੀ ਜਿਹੜੇ ਪਿੰਡ ਦੇ ਲੋਕ ਹੈਗੇ ਆ, ਉਹ ਤਰਖਾਨ ਹੈ, ਕੋਈ ਵੈਦ ਹੈ, ਕੋਈ ਜੁਲਾਹਾ ਹੈ, ਕੋਈ ਕਤਾਈ ਕਰਨ ਵਾਲਾ ਹੈ, ਕੋਈ ਲੋਹੇ ਦਾ ਕੰਮ ਕਰਨ ਵਾਲਾ ਹੈ, ਉਹ ਸਾਰੇ ਪ੍ਰੋਸੈਸਰ हैं। किसान प्रोड्यूसर है। ਜਦੋਂ ਤੱਕ ਕਿਸਾਨ ਕੱਚਾ ਮਾਲ ਪੈਦਾ ਨਹੀਂ ਕਰੇਗਾ ਉਹ ਪ੍ਰੋਡਿਊਸ ਨਹੀਂ ਹੋ ਪਾਏਗਾ। ਔਰ ਸਿਰਫ ਕਣਕ ਤੇ ਝੋਨਾ ਕੱਚਾ ਮਾਲ ਨਹੀਂ ਹੈ। ਸਾਡੀ ਰਸੋਈ ਔਰ ਸਾਡੇ ਘਰ ਦੇ ਵਿੱਚ ਸਿਰਫ ਕਣਕ ਤੇ ਝੋਨਾ ਨਹੀਂ ਚਾਹੀਦਾ, ਠੀਕ ਹੈ। ਤਾਂ ਅਸੀਂ ਉਹ ਕੱਚਾ ਮਾਲ ਕਿਸਾਨਾਂ ਤੋਂ ਪੈਦਾ ਕਰਵਾਈਏ, ਉਹਦੀ ਪ੍ਰੋਸੈਸਿੰਗ ਆਪਣੇ ਪਿੰਡਾਂ ਦੇ ਵਿੱਚ ਕਰੀਏ। ਇਸ ਤਰ੍ਹਾਂ ਪਿੰਡ ਨੂੰ ਇੱਕ ਸੰਪੂਰਨ ਇਕਾਈ ਦੇ ਰੂਪ ਵਿੱਚ ਦੇਖੀਏ ਤਾਂ ਸਾਡੇ ਕੋਲ ਕੋਈ ਕਮੀ ਨਹੀਂ ਹੈਗੀ। ਸੋ ਰੂਪਸੀ ਗਰਗ ਜੀ, ਬੜੇ ਵਿਸਥਾਰ ਨਾਲ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਕਿਸ ਤਰ੍ਹਾਂ ਖੇਤੀ ਵਿਰਾਸਤ ਮਿਸ਼ਨ ਦੇ ਤ੍ਰਿੰਜਣ ਉਪਰਾਲੇ ਦੇ ਨਾਲ ਪਿੰਡਾਂ ਦੀਆਂ ਸੁਆਣੀਆਂ ਨੂੰ ਆਪਣੇ ਨਾਲ ਜੋੜਿਆ, ਉਹਨਾਂ ਨੂੰ ਰੋਜ਼ਗਾਰ ਦਿੱਤਾ ਆ, ਉਹਨਾਂ ਨੂੰ ਸਵੈ ਸਹਾਇਤਾ ਸਮੂਹ ਬਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਜਾਣਕਾਰੀ ਦਿੱਤੀ ਹੈ। ਸੋ ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। We are the Indian farmers, fondly called Annadata. We are sowing dreams in its soil, nurturing them to grow bigger, making them a reality for the last 9 years. किसान की आय को बढ़ाने के लिए अनेक कदम उठाए गए। मिट्टी की जांच से लेकर सैकड़ों नए बीज तैयार करने तक, सिंचाई के सशक्त नेटवर्क से लेकर किसान रेल तक अनेक कदम उठाए। In line with our Honorable Prime Minister's vision, today we fulfill the world's need for milk, pulses, jute, spices, rice, wheat, cotton, fruits, vegetables, and fish. Our centuries-old superfood, Sri Anna, globally known as millets, are being recognized as climate resilient and nutrition crops. The United Nations, at our behest, began this year as the International Year of Millets celebration. In past 9 years, under the visionary leadership of our Prime Minister Narendra Modi, we found new heights. Our identity found new dimensions, ensuring not only food security but also nutrition security for the world. The Prime Minister Farmers Income Support Scheme caters to our smallest needs. It makes our victory loom in our fields. The Prime Minister Crop Insurance Scheme is a trusted friend who never leaves us hanging and keeps us going through every thick and thin. The Prime Minister Agriculture Irrigation Scheme taught us that no land is barren. One who dares to blossom can be stopped by none. The Soil Health Cards analyzes our soil, so we sow what's beneficial and reap without much toil. Electronic National Agriculture Market, that is ENAM, takes our produce beyond boundaries. The farmer's train puts it in new homes, in newer geographies. Today, we harness AI's potential. We fly drones and make high-tech mechanization possible. Our youngsters are innovating farm technologies. Our agri-startups and robust value chains are minting success stories. Nature's conservation is our vital desire. We've also become renewable energy suppliers. Today, we are achieving our destiny's might. Our power has reached new heights.
हमारे किसानों ने हमें ना सिर्फ आत्मनिर्भर बनाया, बल्कि आज उनकी वजह से हम निर्यात करने में भी सक्षम हो गए। So, as the country marches towards development, nearing its 100 years of freedom, we, the farmers of India, creating the new age agricultural solutions, ensuring food and nutrition security, climate resilient agriculture and robust value chains, and Maharshi, that is, Millets and Other Ancient Grains International Research Initiative. Let's make world where everyone gains. One earth, one family, one future.